ਅੱਜ ਉਹਨਾਂ ਗੁਣਾਂ ਦਾ ਜ਼ਿਕਰ ਕਰਨ ਲੱਗੇ ਹਨ ਜਦੋਂ ਮਨੁੱਖ ਪਰਮੇਸ਼ਰ ਨੂੰ ਧਿਆਏਗਾ, ਉਸ ਦਾ ਧਿਆਨ ਧਾਰੇਗਾ। ਧਿਆਨ ਧਾਰਨ ਦੇ ਨਾਲ ਕੀ ਕੀ ਪ੍ਰਾਪਤ ਹੋਏਗਾ? ਬਸ਼ਰਤੇ ਕਿ ਅਜੋਕੇ ਸਮੇਂ ਦੇ ਵਿੱਚ ਜੈਸਾ ਸੰਸਾਰ ਹੋ ਜਾਂਦਾ ਹੈ, ਵੈਸੀਆਂ ਹੀ ਮਨੁੱਖਾਂ ਦੀਆਂ ਮੰਗਾਂ ਹੋ ਜਾਂਦੀਆਂ ਨੇ। ਜੇ ਬੜੀ ਗਹਿਰਾਈ ਦੇ ਤਲ ਤੇ ਜਾ ਕੇ ਸੋਚਿਆ ਜਾਵੇ, ਅਗਰ ਮਨੁੱਖ ਦੀਆਂ 100 ਇੱਛਾਵਾਂ ਨੇ, ਉਹਦੇ ਵਿੱਚੋਂ 85 ਦੇ ਕਰੀਬ ਇੱਛਾਵਾਂ ਉਹ ਹੋਣਗੀਆਂ ਜਿਹੜੀਆਂ ਇਸ ਦੀਆਂ ਆਪਣੀਆਂ ਨਹੀਂ। ਤਕਰੀਬਨ 80-85 ਦੇ ਕਰੀਬ ਇੱਛਾਵਾਂ ਦੁਨੀਆ ਤੋਂ ਪ੍ਰੇਰਿਤ ਹੁੰਦੀਆਂ ਨੇ। ਉਹ ਮਨੁੱਖ ਦੀਆਂ ਆਪਣੀਆਂ ਜ਼ਰੂਰਤਾਂ ਤੇ ਨਹੀਂ ਹੁੰਦੀਆਂ, ਪਰ ਉਹ ਪ੍ਰੇਰਿਤ ਹੁੰਦੀਆਂ ਨੇ ਦੁਨਿਆਵੀ ਕਾਰ ਵਿਹਾਰ ਤੋਂ। ਔਰ ਇਸੇ ਕਰਕੇ ਮਨੁੱਖ ਫਿਰ ਉਹਨਾਂ ਨੂੰ ਪਰਮਾਤਮਾ ਤੋਂ ਮੰਗਦਾ ਹੈ। ਤਕਰੀਬਨ ਜਿੱਥੋਂ ਤੋਂ ਹੀ ਰੋਟੀ ਦੀ ਗੱਲ ਆਉਂਦੀ ਹੈ, ਖਾਣੇ ਪੀਣੇ ਦੀ ਗੱਲ ਆਉਂਦੀ ਹੈ, ਇਹ ਜ਼ਰੂਰਤ ਪਰਮਾਤਮਾ ਨੇ ਸਭ ਦੀ ਪੂਰੀ ਕੀਤੀ ਹੋਈ ਹੈ। ਬਾਕੀ ਮਨੁੱਖ ਦੇ ਅੰਦਰ ਇੱਛਾਵਾਂ ਨੇ, ਮਨ ਦੇ ਅੰਦਰ ਇੱਛਾਵਾਂ ਨੇ। ਇੱਛਾਵਾਂ ਅਗਿਆਨ ਤੋਂ ਪ੍ਰੇਰਿਤ ਹੁੰਦੀਆਂ ਨੇ। ਇਸ ਕਰਕੇ ਫਿਰ ਮਨੁੱਖ ਨੂੰ ਬਾਰ-ਬਾਰ ਇੱਛਾ ਪੂਰੀ ਨਾ ਹੋਣ ਤੇ ਦੁੱਖ ਪ੍ਰਾਪਤ ਹੁੰਦਾ ਹੈ। ਆਪਣੇ ਇੱਛਾਵਾਂ ਤੋਂ ਸੁੱਖ ਦੀ ਇੱਛਾ ਮਨੁੱਖ ਰੱਖਦਾ ਹੈ। ਜੇ ਇਹ ਧਨ ਮੰਗ ਰਿਹਾ ਹੈ, ਧਨ ਅਗਰ ਆ ਜਾਂਦਾ ਹੈ, ਉਹ ਕਿਸ ਚੀਜ਼ ਨੂੰ ਸੁਖੀ ਕਰੇਗਾ? ਮਨ ਨੂੰ। ਜਾਂ ਜ਼ੁਬਾਨ ਕਰਕੇ ਮਨੁੱਖ ਖਾਣਾ ਕੁਝ ਚਾਹੁੰਦਾ ਹੈ, ਧਨ ਇਹਦੇ ਕੋਲ ਨਹੀਂ। ਜਦੋਂ ਧਨ ਪ੍ਰਾਪਤ ਹੋਏਗਾ, ਜੋ ਚੀਜ਼ ਇਹ ਖਾਣੀ ਚਾਹ ਰਿਹਾ ਹੈ, ਉਹ ਚੀਜ਼ ਖਾਏਗਾ ਤੇ ਆਪਣੇ ਆਪ 'ਚ ਸੁੱਖ ਅਨੁਭਵ ਕਰੇਗਾ। ਕਿਤੇ ਘੁੰਮਣਾ ਚਾਹੁੰਦਾ ਹੈ, ਉੱਥੇ ਘੁੰਮ ਲਵੇਗਾ। ਭਾਵ ਮਨੁੱਖ ਨੇ ਆਪਣੇ ਸੁੱਖ ਨੂੰ ਮੁੱਖ ਰੱਖਦਿਆਂ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਦੇ ਲਈ ਯਤਨ ਆਰੰਭੇ ਨੇ। ਔਰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਦੇ ਲਈ ਇਹਨੇ ਪ੍ਰਮੁੱਖ ਸਾਧਨ ਬਣਾਇਆ ਹੈ ਪਰਮਾਤਮਾ ਨੂੰ। ਮੈਂ ਅਕਸਰ ਇਹ ਗੱਲ ਤੇ ਵਿਚਾਰ ਕਈ ਵਾਰੀ ਕਰਦਾ ਹੁੰਦਾ, ਪਰਮਾਤਮਾ ਅੱਜ ਦੀ ਦੁਨੀਆ ਦੇ ਵਿੱਚ ਇੱਕ ਸਾਧਨ ਹੈ, ਸਾਧਿਆ ਨਹੀਂ। ਦੋ ਚੀਜ਼ਾਂ ਹੁੰਦੀਆਂ ਨੇ, ਸਾਧਨ ਤੇ ਸਾਧਿਆ। ਭਾਵ ਇਹ ਮਨੁੱਖ ਦਾ ਏਮ ਨਹੀਂ ਹੈ, ਸਿਰਫ ਇੱਕ ਸੋਰਸ ਹੈ। ਏਮ ਕੁਝ ਹੋਰ ਹੈ, ਨਿਸ਼ਾਨਾ ਕੁਝ ਹੋਰ ਹੈ। ਪਰਮਾਤਮਾ ਉਹ ਨਿਸ਼ਾਨੇ ਦੀ ਪ੍ਰਾਪਤੀ ਕਰਵਾ ਦੇਵੇ, ਇਸ ਲਈ ਪਰਮਾਤਮਾ ਦੀ ਪੂਜਾ ਕੀਤੀ ਜਾਂਦੀ ਹੈ। ਜਿਵੇਂ ਇੱਕ ਮਨੁੱਖ ਅੰਮ੍ਰਿਤਸਰ ਜਾਂਦਾ ਹੈ, ਅੰਮ੍ਰਿਤਸਰ ਜਾਣਾ ਉਸ ਦਾ ਨਿਸ਼ਾਨਾ ਹੈ। ਜਿਹੜੀ ਗੱਡੀ 'ਚ ਜਾ ਰਿਹਾ ਹੈ, ਉਹ ਇੱਕ ਸਾਧਨ ਹੈ। ਨਿਸ਼ਾਨਾ ਅੰਮ੍ਰਿਤਸਰ, ਗੱਡੀ ਇੱਕ ਸਾਧਨ ਹੈ। ਇਸੇ ਤਰੀਕੇ ਦੇ ਨਾਲ ਮਨੁੱਖ ਦੀ ਕੋਈ ਇੱਛਾ ਹੈ, ਕੋਈ ਦੁਨਿਆਵੀ ਇੱਛਾ ਹੈ, ਕੋਈ ਆਰਥਿਕ ਇੱਛਾ ਹੈ। ਉਸ ਇੱਛਾ ਦੀ ਪ੍ਰਾਪਤੀ ਦੇ ਲਈ ਪਰਮਾਤਮਾ ਸਿਰਫ ਇੱਕ ਸਾਧਨ ਹੈ, ਪਰਮਾਤਮਾ ਇੱਛਾ ਨਹੀਂ ਹੈ। ਮਨੁੱਖ ਦੀ ਇੱਛਾ ਪਰਮਾਤਮਾ ਨਹੀਂ, ਮਨੁੱਖ ਦੀ ਇੱਛਾ ਪਰਮਾਤਮਾ ਤੋਂ ਬਣੇ ਹੋਏ ਸਾਧਨ ਨੇ। ਔਰ ਸਾਧਨ ਉਹਨੇ ਇੰਨੇ ਜ਼ਿਆਦਾ ਬਣਾਏ ਨੇ, ਕਦੀ ਵੀ ਇੱਛਾ ਮੁੱਕਣੀ ਹੀ ਨਹੀਂ। ਇੰਨਾ ਕੁਛ ਉਹਨੇ ਦੁਨੀਆ ਤੇ ਬਣਾਇਆ।
मैं कल भी एक थां बेनती कर रहा सी, साध संगत एक चीज़ नोट करना, एक फकीर सी, सारे लोग ਉਹਦੇ ਕੋਲ खड़े मंग रहे सन। फकीर खड़ा है, सारे लोग रब तो मंग रहे सन, फकीर भी लाइन में ही खड़ा। रब फकीर नूं पुछदा तैनूं कुछ नहीं चाहिदा? कहंदे रब नूं कहंदा ना। कारण की है? कहंदे इसका इक्को ही कारण है कि आ जिहड़े लाइन दे विच खड़े ने ये बड़ियां वड्डियां वड्डियां प्रॉपर्टियां दे मालक ने, ये तो हजे तई रजे नहीं हैं मंग मंग के। मैं भी जे मंग लवांगा रज मेरा भी नहीं होना, इहदा मतलब तेरियां पदार्थां विच रज ते नहीं है। ये जिहड़े खड़े ने साडे शहर दे सारे ही धनाड़ ने, इन्हां वल वेख के मैं सिख रहा ये तो रजे नहीं, फिर रज मेरा भी नहीं आना है। इहदा मतलब सैटिस्फैक्शन इहदे विच नहीं, संतुष्टि किते होर है। मैनू तो वो चीज़ नहीं परमात्मा जिहदे विच संतुष्टि हो जाए, जिहदे विच सबर आ जाए। हुण मैं बेनती करा, अज दी पौड़ी विच सच्चे पातशाह जिक्र करते ने मुक्ति का। मुक्ति की गल करन तो पहला ये पता होना चाहिए मुक्ति की है। जदों तई मुक्ति का ही नहीं पता तो मुक्ति की मंग उठेगी नहीं। पर असल दे विच मुक्ति ये समझिया जाता है जिवें कोई बीमार हो जाए ना, लोग कहते हैं ठीक होए बेचारा मुक्त हो जाएगा। नहीं, शरीर तो ते बंदा मुक्त हो जाता है, मन वासनावां तो मुक्त नहीं होता। फिर मैं बेनती करा, शरीर तो जीव आत्मा मुक्त हो जाएगी, पर यह जरूरी नहीं है जिहड़ी जीव आत्मा है वो मुक्त हो गई है। हुण कोई विरला ऐसा मनुख है जिहदी मंग मुक्ति है। महाराज कहने सर्व बैकुंठ मुक्त मोख पाए, एक निमख हर के गुण गाए। इस दो पंक्तियां दे विच बड़ी डूंगी ते बड़ी खोज भरपूर गल महाराज जी ने की है। जिन्ने भी बैकुंठ ने, जिन्ने भी स्वर्ग ने, सर्व बैकुंठ मुक्त मोख पाए, जिन मोक्ष है जिहड़ा मुक्ति है, ये सारे ही मिल गए। किवें मिले? एक निमख हर के गुण गाए। सिर्फ एक निमख परमात्मा के गुण गाउण दे नाल। निमख का मतलब होंदा है एक सैकेंड, सब तो छोटी इकाई टाइम की। फिर एक सवाल पैदा होंदा है, असी तो लगातार ही परमात्मा का नाम जपते हैं, पता नहीं किन्नी किन्नी देर जपते हैं, तो बाणी कहती है एक सैकेंड विच मुक्ति हो जाएगी। फिर इन्नी देर जपण का औचित्य की होया? इन्नी देर क्यों जपया जाता है? फिर असल दे विच जिहड़ा वो एक सैकेंड है, ये वो गल महाराज ने की है जदों मनुख का जिहड़ा अंदर है अंतःकरण है वो बिल्कुल ही शुद्ध हो गया हो। मैं इनू सौखे शब्दों में कहां, जदों मन दे विच मैल रही ही नहीं। जिस दिन मन दे विच मैल नहीं रहिंदी, एक शब्द भी गुरबाणी का पूरा असर कर जाता है अंदर, इको शब्द। हजे तई जपजी साहब की बाणी दे विच इन्नियां पौड़ियां ने, वो पौड़ियां पढ़ियां जांदियां ने, रोज़ पौड़ियां पढ़ियां जांदियां ने, असर नहीं करदियां। असर करदियां नहीं जां मनुख असर होण नहीं दिंदा। कारण दो ने, जिवें एक मनुख बाहरी तौर पर आप कमरे दे विच बैठा है, दीवार बड़ी मोटी है,
ਕਿਸੇ ਮਨੁੱਖ ਨੂੰ ਕਹੇ ਜਦੋਂ ਤੂੰ ਬਾਹਰ ਜਾਏਗਾ ਮੈਨੂੰ ਆਵਾਜ਼ ਲਗਾ ਦੇ, ਆਪ ਉਸਨੇ ਦਰਵਾਜ਼ੇ ਵੀ ਬੰਦ ਕੀਤੇ ਨੇ, ਕੰਧਾਂ ਬੰਦ ਕੀਤੀਆਂ ਨੇ, ਅੰਦਰ ਬੈਠਾ ਹੈ, ਉਹ ਆਵਾਜ਼ ਲਗਾਈ ਜਾਂਦਾ ਚਲਾ ਜਾਂਦਾ। ਸ਼ਾਮ ਨੂੰ ਉਹਨੂੰ ਪੁੱਛਦਾ ਤੂੰ ਮੈਨੂੰ ਆਵਾਜ਼ ਨਹੀਂ ਲਗਾਈ? ਉਹ ਕਹਿੰਦਾ ਆਵਾਜ਼ ਤੇ ਮੈਂ ਲਗਾਈ ਸੀ, ਤੇਰੇ ਕੋਲ ਆਵਾਜ਼ ਪਹੁੰਚੀ ਨਹੀਂ। ਆਵਾਜ਼ ਤੇ ਉਹਨੇ ਲਗਾਈ ਹੈ, ਕਹਿੰਦਾ ਆਵਾਜ਼ ਪਹੁੰਚੀ ਨਹੀਂ, ਤਾਂ ਹੀ ਕਰਕੇ ਜਿੱਥੇ ਮੈਂ ਗਿਆ ਸੀ ਬਾਹਰ ਘੁੰਮਣ ਤੈਨੂੰ ਨਹੀਂ ਲੈ ਕੇ ਗਿਆ। ਇਸੇ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਦੂਜੇ ਤਰੀਕੇ ਨਾਲ ਲਿਖਿਆ ਹੈ। ਇਵੇਂ ਜਦੋਂ ਗੁਰੂ ਦੀ ਆਵਾਜ਼ ਇੱਥੇ ਰੋਜ਼ ਲੱਗਦੀ ਹੈ ਗੁਰਦੁਆਰੇ ਵਿੱਚੋਂ, ਸੰਗਤ ਵਿੱਚੋਂ, ਫਿਰ ਮਨ ਤੇ ਪਹੁੰਚਦੀ ਕਿਉਂ ਨਹੀਂ? ਕਿਉਂਕਿ ਮਨ ਦੇ ਅੱਗੇ ਕੰਧ ਖੜੀ ਹੈ, ਮੋਹ ਦੀ ਕੰਧ ਖੜੀ ਹੈ, ਲੋਭ ਦੀ ਕੰਧ ਖੜੀ ਹੈ, ਈਰਖਾ ਦੀ ਕੰਧ ਖੜੀ ਹੈ, ਦਵੈਸ਼ ਦੀ ਕੰਧ ਖੜੀ ਹੈ। ਇਹ ਸਾਰੀਆਂ ਚੀਜ਼ਾਂ ਅੱਗੇ ਖੜੀਆਂ ਨੇ, ਇਹ ਆਵਾਜ਼ ਪਹੁੰਚਣ ਦਿੰਦੀਆਂ ਹੀ ਨਹੀਂ। ਮਹਾਰਾਜ ਤੇ ਕਹਿੰਦੇ ਨੇ ਇੱਕ ਨਿਮਕ ਪਰਮਾਤਮਾ ਦੇ ਗੁਣ ਗਾਏ, ਇੱਕ ਨਿਮਕ ਗੁਣ ਗਾਉਣ ਦੇ ਨਾਲ ਹੀ ਮਨੁੱਖ ਮੁਕਤ ਹੋ ਸਕਦਾ, ਇੱਕੋ ਸੈਕਿੰਡ ਨਾਲ। ਉਹ ਇੱਕ ਸੈਕਿੰਡ ਕਦੋਂ ਆਏਗਾ? ਜਦੋਂ ਰੋਜ਼ ਰੋਜ਼ ਮਨੁੱਖ ਬੰਦਗੀ ਕਰੇਗਾ, ਮੈਲ ਲਹਿੰਦੀ ਜਾਏਗੀ। ਰੋਜ਼ ਚੇਤਨਾ ਗੁਣ ਗਾਉਂਦੀ ਹੈ। ਪਹਿਲੇ ਤੇ ਵਾਹਿਗੁਰੂ ਕਹੀਏ, ਪਤਾ ਹੀ ਨਹੀਂ ਲੱਗਦਾ ਕੀ ਪੜ ਰਹੇ ਹਾਂ, ਕਿਉਂਕਿ ਮੂੰਹ ਚੋਂ ਵਾਹਿਗੁਰੂ ਹੁੰਦਾ, ਮਨ ਕਿਤੇ ਹੋਰ ਹੁੰਦਾ। ਪਰ ਇਹਦਾ ਮਤਲਬ ਛੱਡਣਾ ਨਹੀਂ, ਕਰਦੇ ਰਹੀਏ ਲਗਾਤਾਰ। ਫਿਰ ਹੋਏਗਾ ਕਿ ਇਹ ਵਾਲੀ ਜਿਹੜੀ ਪ੍ਰੈਕਟਿਸ ਹੈ ਹੌਲੀ ਇਕਾਗਰਤਾ ਨੂੰ ਇਕੱਠੀ ਕਰਕੇ ਲੈ ਕੇ ਆਏਗੀ। ਅੱਜ ਤੇ ਇਕਾਗਰਤਾ ਨਹੀਂ, ਹੌਲੀ ਇਕਾਗਰਤਾ ਆਉਣੀ ਸ਼ੁਰੂ ਹੋ ਜਾਏਗੀ। ਫਿਰ ਮੈਂ ਬੇਨਤੀ ਕਰਾਂ, ਸਭ ਤੋਂ ਪਹਿਲੀ ਗੱਲ ਮੁਕਤੀ ਕੀ ਹੈ ਤੇ ਕਿਉਂ ਚਾਹੀਦੀ ਹੈ? ਜੇ ਅਸੀਂ ਆਮ ਤੌਰ ਤੇ ਇਹ ਵੇਖੀਏ, ਜੇ ਗੁਰੂ ਵੀ ਮਨੁੱਖ ਨੂੰ ਕਹੇ ਨਾ ਸਿੱਧਾ ਪ੍ਰਗਟ ਹੋ ਕੇ ਤੈਨੂੰ ਮੁਕਤ ਕਰ ਦਿੰਦੇ ਆ, ਕਿ ਮੈਨੂੰ ਮੁਕਤੀ ਨਹੀਂ ਚਾਹੀਦੀ। ਗੁਰੂ ਤੋਂ ਮੁਕਤੀ ਦੀ ਮੰਗ ਕੌਣ ਕਰੇਗਾ? ਜਿਹਨੂੰ ਮੁਕਤੀ ਦਾ ਪਤਾ ਹੋਏਗਾ। ਉਹ ਕਹਿੰਦਾ ਨਹੀਂ, ਮੈਂ ਤਾਂ ਇੱਥੇ ਹੀ ਬੜਾ ਠੀਕ ਹਾਂ, ਮੇਰੇ ਕੋਲ ਘਰ ਥੋੜਾ ਛੋਟਾ ਹੈ, ਵੱਡਾ ਦੇ ਦੇ, ਸਾਰਾ ਕੁਝ ਦੇ ਦੇ, ਮੈਨੂੰ ਤੇ ਇੱਥੇ ਹੀ ਮੁਕਤ ਕਰ ਦੇ, ਬਸ ਆਹ ਚੀਜ਼ਾਂ ਮੈਨੂੰ ਦੇ ਦੇ, ਮੈਨੂੰ ਮੁਕਤੀ ਨਹੀਂ ਚਾਹੀਦੀ। ਕਿਉਂ? ਕਾਰਨ ਕੀ? ਮੁਕਤੀ ਦਾ ਪਤਾ ਹੀ ਨਹੀਂ, ਮੁਕਤੀ ਹੁੰਦੀ ਕੀ ਹੈ। ਸਾਧ ਸੰਗਤ, ਇੱਕ ਮਨੁੱਖ ਨਾ ਜਨਮ ਤੋਂ ਲੈ ਕੇ ਬੇੜੀਆਂ ਵਿੱਚ ਜਕੜਿਆ ਹੋਏ, ਜਨਮ ਤੋਂ ਹੀ 19, 20, 30 ਸਾਲ ਦਾ ਵੀ ਹੋ ਜਾਏਗਾ ਨਾ, ਬੇੜੀਆਂ ਸ਼ੁਰੂ ਤੋਂ ਪਈਆਂ ਨੇ, ਉਸ ਨੂੰ ਬੇੜੀਆਂ ਦੇ ਵਿੱਚ ਰਹਿਣ ਦਾ ਹੀ ਆਨੰਦ ਆ ਜਾਂਦਾ। ਬੇੜੀਆਂ ਦੇ ਵਿੱਚ ਰਹਿਣ ਨੂੰ ਸਿੱਖ ਲੈਂਦਾ ਹੈ ਉਹ। ਹੁਣ ਇੱਕ ਬੇੜੀ ਤੋੜ ਦੋ, ਇੱਕ ਬਾਂਹ ਦੀ, ਬਾਂਹ ਥੋੜੀ ਹੌਲੀ ਹੋ ਜਾਏਗੀ, ਕਹੇਗਾ ਅੱਜ ਤੇ ਬੜੀ ਹਲਕੀ ਹੋ ਗਈ ਹੈ ਬਾਂਹ। ਜ਼ਿੰਦਗੀ ਤੇ ਆਨੰਦ ਤੇ ਅੱਜ ਹੀ ਪਤਾ ਲੱਗਿਆ ਹਲਕੇ ਹੋਣ ਦਾ। ਫਿਰ ਕਹੇਗਾ ਦੂਜੀ ਵੀ ਤੋੜ ਦੋ, ਦੂਜੀ ਤੋੜੀ ਹੋਰ ਹਲਕਾ ਹੋ ਜਾਏਗਾ। ਜਿਸ ਦਿਨ ਸਾਰੀਆਂ ਹੀ ਬੇੜੀਆਂ ਟੁੱਟ ਗਈਆਂ, ਜ਼ਿੰਦਗੀ ਜਿਉਣ ਦਾ ਆਨੰਦ ਹੀ ਅੱਜ ਆਇਆ, ਉਦੋਂ ਤੇ ਬੇੜੀਆਂ ਵਿੱਚ ਹੀ ਜਿਉਂਦੇ ਰਹੇ। ਇਵੇਂ ਇੱਕ ਮਨੁੱਖ ਗੰਦਗੀ 'ਚ ਰਹਿ ਰਿਹਾ ਹੈ, ਇੱਥੋਂ ਕਿਸੇ ਸਾਫ਼ ਥਾਂ ਤੇ ਚਲਾ ਜਾਏ, ਕਹੇਗਾ ਜ਼ਿੰਦਗੀ ਜਿਉਣ ਦਾ ਆਨੰਦ ਹੀ ਅੱਜ ਆਇਆ ਹੈ, ਪਹਿਲਾਂ ਤੇ ਗੰਦਗੀ ਵਿੱਚ ਹੀ ਜਿਉਂਦੇ ਰਹੇ। ਇਵੇਂ ਪਰਮਾਤਮਾ ਦੇ ਦਰ ਦੀ ਮੁਕਤੀ ਹੈ। ਜਿੰਨੇ ਔਗਣ ਨੇ ਇਹ ਸਾਰੇ ਹੀ ਅੰਦਰ ਭਰੇ ਹੋਏ ਨੇ। ਜਿਵੇਂ ਜਿਵੇਂ ਇੱਕ ਔਗਣ ਘਟਦਾ ਜਾਏਗਾ, ਅੰਦਰ ਗਿਆਨ ਹੋਏਗਾ, ਪਤਾ ਲੱਗ ਜਾਏਗਾ ਮੁਕਤੀ ਕੀ ਹੈ। ਸਰੀਰ ਦਾ ਖਤਮ ਹੋ ਜਾਣਾ ਮੁਕਤੀ ਨਹੀਂ, ਔਰ ਸਰੀਰ ਦੇ ਖਤਮ ਹੋਣ ਤੋਂ ਬਾਅਦ
जिन्ने भी उपाव मुक्ति दे करांगे सारे झूठे ने, कोई मुक्ति नहीं मिलती। शरीर दे खत्म होने तो बाद भावें मनुख दे बाणी कहती पिछे पत्तल सद्यो काव, कामां नूं छड़ छड़ के भोजन खवाओ, पितरां दे नां ते भोजन खवाया जाए, पितर तई नहीं पहुँचता, क्योंकि पता ही नहीं किहड़े लोक विच रह रहा है, किहड़ी जूनी विच रह रहा है। मैं कई बार सोचता हाँ लोग पितरां दे नां दा भोजन कावां नूं खवाउंदे ने। इत्थों एक गल तो साबित हो जाती है, उन्होंने इवें लगता है साडा पितर लगता कावां दी जूनी च पिया है, पंछियां दी जूनी च। खवाउणा पंछियां नूं है, उन्होंने किवें पहुंचेगा? ये किस प्रकार का विधान तो किहने बनाया है, कोई पता नहीं। बाणी ये कहती है बैणी कह सुनो रे भगतो, मरण मुक्त किन पाई। क्योंकि मुक्ति मिलनी है औगुणा तो, शरीर तो मुक्त ते सारिया नहीं हो जाना है। शरीर तो मुक्ति लैण की जरूरत नहीं, जिस दिन शरीर खत्म होएगा जीव आत्मा अपने राह ते चल जानी है, शरीर खत्म हो जाना है। कबीर साहब कहते ने आज काल तज जाओगे ज्यों कांचरी भयंग। जिमें सप अपनी कुंज छड़ दिंदा है ना, कदी वेखना सप दियां कुंजां पईयां हुंदियां ने, एक लिफाफा जा हुंदा है, सप ओनू ला दिंदा है, अगे चल पैंदा है। इवें मनुख जिमें सप कुंज छड़ दिंदा है, इवें अंदरली जीव आत्मा शरीर छड़ जाती है। पर जीव आत्मा ने अगर शरीर छड्डिया, शरीर छड्डण दे नाल मुक्त नहीं होई, हो सिर्फ गई है। कित्थे गई है? अपने संस्कारां दे अनुसार अगले जन्म विच। जैसे संस्कार ने वैसे ही जन्म विच चली जाएगी, मुक्त नहीं हुई। हुण एक जन्म विच पहला दुख सहा, हुण आप जी हुण जी रहे हो, पहला आप पले आ, फिर बच्चे पाले ने। किन्नियां परेशानियां ने पिछले 5 साल तो वेखिए, कभी किसी परेशानी नाल, कभी किसी परेशानी नाल, कदे कोई समाज च परेशानी आ गई, कदे घर च परेशानी आ गई, कदे शरीर नूं परेशानी आ गई। किन्नियां परेशानियां दे नाल जीवन चल रहा है। हुण ये जीवन तो खत्म होना है, 30 नहीं 40 साल बाद अपनी मर्जी नाल हो जाएगा। इहो जिहा जीवन फिर मिल जाए, फिर यही परेशानियां शुरू तो, फिर यही जीवन मिल जाए, फिर यही परेशानियां, फिर वही काम, वही क्रोध, वही लोभ, वही तृष्णा, फिर यही चीज़ां। मनुख कहेगा हुण मैनूं ये नहीं चाहिए, मैं तो अक गया। एक बच्चा मस्कीन जी 12वीं क्लास का उदाहरण देंदे सी। एक मनुख 12वीं क्लास च हो गया है, 12वीं क्लास होने तो बाद उन्होंने कहे हुण फिर तू पहली क्लास चल। बड़ा दुख है, पहला तो मर मर के 12वीं तक पहुँचे हाँ, 12 साल लगे ने, हुण फिर पहली क्लास तो। इवें मनुख की जीव आत्मा है, बार बार ये जन्म ते मरण विच पई रहिंदी है। बार बार कदे किसी दुख करके कभी सप की जूनी विच पै जाएगी। गुरबाणी दे विच ते खोतियां दा भी जिक्र आउंदा है, मੱਝਾਂ ते गावां दा भी जिक्र आउंदा है। गुरु मंत्रहीन जो प्राणी, त्रिगंत जीवन प्रश्न। कूकरे सुकरे की गल आउंदी है, कुत्ते की जूनी की गल आउंदी है, सूअर की जूनी की गल आउंदी है। इन्हां जूनियां दे विच किहने पैना है? जीव आत्मा ने। क्यों मुक्त नहीं हुई? मुक्त होने का मतलब है अपने कीते हुए माड़े संस्कारां तो मुक्त हो जाना। और ऐसा कोई विरला मनुख हुंदा है करोड़ां विच। आप जी सत संगत विच आउंदे हो, ये मुक्ति दिंदी है कितों? माड़ियां विकारां तो। चाह पैदा करती है किहदा? परमात्मा के गुण गाउण दा। हुण जिहनूं पता लग गया
मेरी जिंदगी विच दोबारा फिर मैनू ये दुख मिलना है जन्म ते मरण का, वो मनुख फिर सत संगत ते गुरबाणी पाठ कीर्तन च जरूर आएगा, क्योंकि उन्होंने पता लग गया दुख बड़ा वड्डा है, बड़ा तुकड़ा दुख उन्होंने मिलन वाला है। बाणी कहती है मुक्ति पाउण वास्ते कोई होर प्रकार के साधन करने की जरूरत नहीं। भावें कि साडे देश दे विच वेरीअस पता नहीं किन्ने तरीकों के मुक्ति के साधन किए जाते हैं, किन्ने तरीकों के पूजा पाठ किए जाते हैं मुक्ति वास्ते। बाणी कहती कोई भी साधन करने की जरूरत नहीं, रोज 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 परमात्मा की बंदगी करिए, सत संगत विच बैठिए। सत संगत विच बहिंदियां मन निर्मल होएगा, मन निर्मल हो गया माड़े विचार नहीं चुकेगा, बुद्धि निर्मल हो जाएगी। बुद्धि निर्मल हो गई फिर चेते विच हंकार नहीं रहेगा, क्योंकि बुद्धि में पता लग जाना है जो कुछ भी हो रहा है, समझ आ जानी है ये मैं नहीं कर रहा, समझ आ गई। फिर चित्त दे विचों हंकार चला जाएगा, जीव आत्मा परमात्मा दे विच समा जाएगी। इनू मुक्ति कहते हैं। शुरुआत कित्थों होनी है? संगत विचों। ते मुक्ति कदों मिलनी है? जिउंदियां जिउंदियां। जीव आत्मा मुक्त हो सके ताई करके ते शरीर मिले है, नहीं ये शरीर की जरूरत की है। जे शरीर का काम सिर्फ खाना पीना तो सोना ही है, फिर तो जानवरों का शरीर सगों ठीक है। जानवर तो ऐश करते हैं, जंगलों के तुरे फिरते हैं, कदे कुछ खा लिया कदे कुछ खा लिया, कोई कमाउण की चिंता नहीं, आनंद लेंदे ने। यही आनंद तो मनुख पालदा है। मनुख कहता है मैनू परमात्मा से इन्ना क धन दे दे जिथे चिंता रही ना। ऐसा नहीं होना, पर धन दे नाल चिंता खत्म नहीं हो सकती, ये याद रखना साथ साथ। जे हो सकती होए ना, चलो कोई भी काम करन तो पहला ना दूजे तो वेख लेना चाहिए है। कोई भी काम आरंभ करिए ना, मनुख कोई भी बिजनेस शुरू करेगा ना तरावड़ी विच, पहला ये वेखेगा भी इस बिजनेस की मार्केट कितनी है, ये चलेगा कि नहीं चलेगा, तो जिन्हों ने पहला किया है उन्होंने कितनी की सेल है, सारी चीज़ां नोट कर रहा है, जागरूक होके करेगा। महाराज कहते ने जे तू चिंता मुकाउणी है माया नाल, फिर ये वेख जिन्हों के कोल बड़ी ज़्यादा माया है कि उन्हों की चिंतावां मुक गई ने, नहीं मुकियां होणगियां। तकरीबन तकरीबन हरेक मनुख दे नाल ऐसा मनुख कोई जुड़िया ही है जिहड़ा उतों घट्टो घट्ट 20 गुणा अगे होए माया विच। कदे उस दे कोल जाके बैठना ते उन्होंने पूछना भी तेरी चिंता दूर हो गई है माया करके, कहा नहीं नहीं। क्यों? इसका कारण की है? पहला एक स्टेटस विच रहने आ, जिवें थोड़ी जी माया आई मनुख ने अपना स्टेटस होर बना लिया, दूजा स्टेटस आ गया। पहला तो किते साइकिल ते भी बाजार में घूम लैंदा होएगा, हुण मोटरसाइकिल तो बिना नहीं घूमेगा, वो स्टेटस है। थोड़ा होर उत्ते गया, हुण गड्डी तो बिना तो नहीं घूमेगा क्योंकि स्टेटस है। फिर पहला तो रोटी किते बाहर गया गया किते ढाबे तो खा लैंदा सी, हुण वड्डे होटल तो बिना नहीं खाएगा, क्यों? स्टेटस है। हुण इन्हां चीज़ां नूं मेनटेन करदा 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 अंत दे विच ऐसा हो जाएगा उहदी जिंदगी च आनंद आउणा ही नहीं है, क्योंकि वो बरकरार करदियां करदियां जरूरतां वधदियां जांदियां ने, वधदियां जांदियां ने। सारे सुख कित्थे ने? हरि दे गुण गाउण विच, रब दी बंदगी दे विच सारी सुख ने। इस करके मुक्ति की है? रब दे गुण गाउणे। गुण गा गा के समझ वधदी जाएगी। क्यों? मन निर्मल हो जाएगा। जिवें जिवें मन निर्मल होएगा समझ वधदी जाएगी, जिंदगी सुखी हुंदी जानी।
ਆਨੰਦ ਆਉਂਦਾ ਜਾਣਾ ਹੈ। ਫਿਰ ਪਦਾਰਥ ਤੇ ਭਾਵੇਂ ਜ਼ਿਆਦਾ ਨਹੀਂ ਪਰ ਆਨੰਦ ਬੜਾ ਹੈ। ਫਿਰ ਮਨੁੱਖ ਦਾ ਦਿਲ ਬੜਾ ਵੱਡਾ ਹੋ ਜਾਂਦਾ। ਮੈਨੂੰ ਫਕੀਰ ਦੀ ਗੱਲ ਯਾਦ ਆਉਂਦੀ ਹੈ। ਕਹਿੰਦੇ ਇੱਕ ਚੋਰ ਇੱਕ ਫਕੀਰ ਦੀ ਝੁੱਗੀ ਵਿੱਚ ਚੋਰੀ ਕਰਨ ਚਲਾ ਗਿਆ। ਉਹ ਫਕੀਰ ਅੰਦਰ ਬੈਠਾ ਸੁੱਤਾ ਪਿਆ ਸੀ। ਚੋਰ ਨੇ ਝੁੱਗੀ ਵਿੱਚ ਲੱਭਿਆ ਤੇ ਕੁਛ ਹੈ ਨਹੀਂ। ਠੰਡ ਦਾ ਟਾਈਮ ਸੀ। ਚੋਰ ਬਾਹਰ ਨੂੰ ਤੁਰਨ ਲੱਗਿਆ। ਫਕੀਰ ਕਹਿੰਦਾ ਰੁਕ ਜਾ ਭਾਈ। ਕੀ ਗੱਲ ਹੋਈ? ਕਹਿੰਦੇ ਮੇਰੀ ਝੁੱਗੀ ਵਿੱਚ ਤੂੰ ਆਸ ਲੈ ਕੇ ਆਇਆ ਸੀ, ਲੱਭਿਆ ਤੇ ਤੈਨੂੰ ਕੁਛ ਹੈ ਨਹੀਂ। ਆ ਕੰਬਲ ਫੜ, ਇਹ ਲੈ ਜਾ। ਐਵੇਂ ਨਾ ਫਿਰ ਫਕੀਰ ਦੀ ਝੁੱਗੀ ਚੋਂ ਖਾਲੀ ਜਾਣ। ਆ ਕੰਬਲ ਲੈ ਜਾ, ਠੰਡ ਬੜੀ ਹੈ, ਉੱਤੇ ਲੈ ਲਈ। ਮੇਰੇ ਕੋਲ ਤੇ ਕੰਬਲ ਹੀ ਹੈ, ਹੋਰ ਤੇ ਕੁਛ ਹੈ ਨਹੀਂ। ਉਹਦੇ ਚਰਣੀ ਪੈ ਗਿਆ। ਕਹਿੰਦੇ ਕਮਾਲ ਹੋ ਗਈ। ਬੜੇ ਵੱਡੇ ਵੱਡੇ ਘਰਾਂ 'ਚ ਚੋਰੀਆਂ ਕੀਤੀਆਂ ਨੇ, ਬੜੇ ਹੀ ਗਰੀਬ ਲੋਕ ਨੇ। ਕਿਤੇ ਦੇ 100 ਰੁਪਈਏ ਚੱਕ ਲਈਏ ਤੇ 2 ਦਿਨ ਉਹ ਸੌਂਦਾ ਨਹੀਂ। ਤੂੰ ਇੰਨਾ ਅਮੀਰ ਹੈ, ਇੱਕ ਹੀ ਤੇਰੇ ਕੋਲ ਕੰਬਲ ਹੈ, ਕਹਿੰਦਾ ਇਹ ਹੀ ਲੈ ਜਾ। ਐਵੇਂ ਨਾ ਕਿਤੇ ਫਕੀਰ ਦੀ ਝੁੱਗੀ ਚੋਂ ਏਡਾ ਵੱਡਾ ਦਿਲ ਹੈ ਤੇਰਾ, ਇੱਕ ਕੰਬਲ ਉਹ ਹੀ ਦੇ ਦਿੱਤਾ। ਸਾਡੇ ਨਗਰ ਦਾ ਲੋਕੀ ਤੈਨੂੰ ਸਭ ਤੋਂ ਗਰੀਬ ਸਮਝਦੇ ਨੇ, ਪਰ ਮੈਂ ਜਾਣਦਾ ਹਾਂ ਸਾਡੇ ਨਗਰ ਦਾ ਸਭ ਤੋਂ ਅਮੀਰ ਇਨਸਾਨ ਹੀ ਤੂੰ ਹੈ। ਤੂੰ ਤਾਂ ਬੜੇ ਆਨੰਦ ਵਿੱਚ ਜੀ ਰਿਹਾ ਹੈ, ਬੇਪਰਵਾਹ ਹੋ ਕੇ ਜ਼ਿੰਦਗੀ ਜੀ ਰਿਹਾ ਹੈ। ਹੁਣ ਇੱਥੋਂ ਪਤਾ ਲੱਗਦਾ ਹੈ ਮਨੁੱਖ ਕਿੱਥੇ ਜੀ ਰਿਹਾ ਹੈ। ਸਾਰੀ ਉਮਰ ਪਕੜ ਵਿੱਚ ਲੰਘ ਜਾਂਦੀ ਹੈ, ਸਾਰੀ ਉਮਰ ਪਦਾਰਥ ਪਕੜਦਾ ਰਹਿੰਦਾ ਹੈ, ਅੰਤ ਨੂੰ ਮੌਤ ਤੋਂ ਪਦਾਰਥ ਛਡਵਾ ਦਿੰਦੀ ਹੈ। ਮੁਕਤੀ ਨਹੀਂ ਮਿਲਦੀ। ਫਿਰ ਜਿਹੜੇ ਸੰਸਕਾਰ ਹੁੰਦੇ ਨੇ ਮਾਇਆ ਦੀ ਪਕੜ ਦੇ ਰਹਿ ਗਏ, ਅਗਲੀ ਜਨਮ ਇਹਨੂੰ ਰੱਬ ਨੇ ਸੱਪ ਦੀ ਜੂਨੀ ਦੇ ਦੇਣੀ ਹੈ। ਗੁਰਬਾਣੀ ਹੈ ਕਹਿੰਦੀ ਹੈ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਜਦੋਂ ਪਰਮੇਸ਼ਰ ਦੀ ਬੰਦਗੀ ਕੀਤੀ, ਅਨੇਕਾਂ ਹੀ ਰਾਜ, ਐਵੇਂ ਲੱਗਦਾ ਹੈ ਹੁਣ ਬੜਾ ਰਾਜਾ ਬਣ ਗਿਆ ਹੈ। ਸਾਰੇ ਵੱਡੇ ਵੱਡੇ ਰਾਜ ਇਹਨੇ ਪ੍ਰਾਪਤ ਕਰ ਲਏ ਨੇ, ਕਿਉਂਕਿ ਮਾਨਸਿਕਤਾ ਬਦਲ ਗਈ। ਦੂਜੀ ਗੱਲ ਇੱਕ ਹੋਰ ਵੀ ਹੋਈ, ਜਦੋਂ ਮਨ ਨਿਰਮਲ ਹੋਇਆ, ਫਿਰ ਕਹਿੰਦੇ ਹਰੀ ਦੇ ਨਾਮ ਦੀ ਕਥਾ ਹੁਣ ਚੰਗੀ ਲੱਗਦੀ ਹੈ। ਹੁਣ ਤੇ ਮਨ ਕਰਦਾ ਰਹਿੰਦਾ ਕੋਈ ਰੱਬ ਦੀ ਗੱਲ ਸੁਣਾਉਂਦਾ ਹੀ ਰਹੇ। ਕਿਉਂ? ਪਤਾ ਲੱਗ ਗਿਆ ਰੱਬ ਦੀ ਗੱਲ ਦੀ ਕੀਮਤ ਕੀ ਹੈ। ਹੁਣ ਤੇ ਮਨ ਕਹਿੰਦਾ ਹੀ ਰਹਿੰਦਾ ਕੋਈ ਪਰਮਾਤਮਾ ਦੀ ਗੱਲ ਸੁਣਾਉਂਦਾ ਹੀ ਰਹੇ। ਕਿਉਂ? ਪਰਮਾਤਮਾ ਦੀ ਗੱਲ ਦੀ ਕੀਮਤ ਪਤਾ ਲੱਗੇ। ਹੁਣ ਮਨੁੱਖ ਟਾਈਮ ਪੀਸ ਵੱਲ ਨਹੀਂ ਬਹਿੰਦਾ। ਟਾਈਮ ਪੀਸ ਆਪਣੇ ਆਪ ਹੀ ਸੂਈਆਂ ਕੱਢੀ ਜਾਂਦਾ, ਪਤਾ ਹੀ ਨਹੀਂ ਲੱਗਦਾ। ਜਿਵੇਂ ਕਦੇ ਵੀ ਕਿਸੇ ਰਿਸ਼ਤੇਦਾਰ ਦੇ ਕੋਲ ਬੈਠੇ ਹੋਈਏ, ਕਦੇ ਮਨੁੱਖ ਘੜੀ ਵੇਖਦਾ ਕਿੰਨਾ ਟਾਈਮ ਹੋ ਗਿਆ। ਕਈ ਵਾਰੀ ਗੱਲਾਂ ਕਰਦੇ ਕਰਦੇ ਕੋਈ ਸਕਾ ਸੰਬੰਧੀ 2 ਸਾਲਾਂ 'ਚ ਆਇਆ ਹੋਏ ਨਾ, ਉਹਦੇ ਨਾਲ ਗੱਲਾਂ ਕਰਦੇ ਕਰਦੇ 12 ਵੱਜ ਜਾਂਦੇ ਨੇ। ਘੜੀ ਵੱਲ 12 ਵੱਜ ਗਏ, ਬੜਾ ਟਾਈਮ ਹੋ ਗਿਆ, ਪਤਾ ਹੀ ਨਹੀਂ ਲੱਗਾ। ਕਿਉਂ? ਕਿਉਂਕਿ ਗੱਲਾਂ ਦੇ ਵਿੱਚ ਕੁਝ ਉਹ ਸੁਣਾ ਰਿਹਾ ਸੀ, ਕੁਝ ਆਪ ਸੁਣਾ ਰਿਹਾ ਸੀ, ਇੰਨਾ ਮਗਨ ਹੋ ਗਿਆ ਸਮੇਂ ਦਾ ਪਤਾ ਹੀ ਨਹੀਂ ਲੱਗਾ। ਇੱਕ ਹੋਰ ਮੈਂ ਬੇਨਤੀ ਕਰਾਂ, ਜਿੱਥੇ ਪ੍ਰੇਮ ਹੋ ਜਾਂਦਾ ਹੈ ਨਾ, ਸਮਾਂ ਖਤਮ ਹੋ ਜਾਂਦਾ। ਉੱਥੇ ਜਿੱਥੇ ਪ੍ਰੇਮ ਲੱਗ ਜਾਂਦਾ ਹੈ, ਫਿਰ ਸਮੇਂ ਦੀ ਕਦਰ ਨਹੀਂ, ਕਿਉਂਕਿ ਸਮਾਂ ਖਤਮ ਹੋ ਜਾਂਦਾ ਹੈ। ਪ੍ਰੇਮ ਵਿੱਚ ਸਮਾਂ ਨਹੀਂ ਰਹਿੰਦਾ। ਮਨੁੱਖ ਜਪਜੀ ਸਾਹਿਬ ਪੜ੍ਹੇ, ਸੂਈਆਂ ਵੱਲ ਵੇਖਦਾ ਹੀ ਰਹਿੰਦਾ, ਸਮਾਂ ਕਿੰਨਾ ਹੋ ਗਿਆ। ਫਟਾਫਟ ਗੁਰਦੁਆਰੇ ਆ, ਘੜੀ ਵੱਲ ਵੇਖਦਾ ਹੀ ਰਹਿੰਦਾ, ਫਟਾਫਟ ਟਾਈਮ ਬੜਾ ਹੋ ਗਿਆ, ਚੱਲੀਏ ਚੱਲੀਏ। ਇੱਥੋਂ ਜਾ ਕੇ ਬਾਹਰ ਜਾ ਕੇ ਕਿਤੇ 20 ਮਿੰਟ ਖਲੋਤਾ ਰਹੇਗਾ, ਸਮਾਂ ਦੀ ਸੂਈਆਂ ਵੱਲ ਨਹੀਂ ਵੇਖੇਗਾ। ਕਾਰਨ ਕੀ? ਉੱਥੇ ਦਿਲ ਲੱਗ ਜਾਂਦਾ ਹੈ। ਜਿਸ ਮਨੁੱਖ ਦਾ ਦਿਲ ਇੱਥੇ ਲੱਗਣਾ ਸ਼ੁਰੂ ਹੋ ਗਿਆ, ਭਾਵੇਂ ਗੁਰਦੁਆਰੇ ਬੈਠਾ ਹੈ, ਭਾਵੇਂ ਆਪਣੇ ਘਰ ਬੈਠਾ ਕਿਤੇ ਵੀ ਹੈ, ਸਥਾਨ ਦੀ ਗੱਲ ਨਹੀਂ ਹੈ। ਗੱਲ ਹੈ ਮਨ ਨੂੰ ਰੱਬ ਦੀ ਗੱਲ ਚੰਗੀ ਲੱਗੇ। ਜਦੋਂ ਚੰਗੀ ਲੱਗੇਗੀ, ਸਮੇਂ ਦੀ ਕਦਰ ਨਹੀਂ ਰਹਿਣੀ, ਸਮਾਂ ਖਤਮ ਹੋ ਜਾਂਦਾ ਹੈ। ਪ੍ਰੇਮ ਵਿੱਚ ਸਮਾਂ ਖਤਮ ਹੋ ਜਾਂਦਾ ਹੈ। ਹਰ ਕੇ ਨਾਮ ਕੀ ਕਥਾ ਮਨ ਭਾਈ,
ਚੰਗੀ ਲੱਗੀ। ਰੱਬ ਦੀਆਂ ਗੱਲਾਂ ਹੁਣ ਚੰਗੀਆਂ ਲੱਗਦੀਆਂ ਨੇ, ਕਿਉਂ? ਮੈਚ ਕਰਦੀਆਂ ਨੇ ਮੇਰੀ ਸੋਚ ਨਾਲ। ਗੁਰੂ ਨਾਨਕ ਦੀ ਗੱਲ ਹੁਣ ਚੰਗੀ ਲੱਗਦੀ ਹੈ, ਕਿਉਂ? ਗੁਰੂ ਨਾਨਕ ਦੀ ਸੋਚ ਨਾਲ ਮਨ ਮਿਲ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਦੀ। ਇੱਥੇ ਕੱਪੜਿਆਂ ਦੇ ਕਈ ਤਰੀਕੇ ਮਨੁੱਖ ਲਾਉਂਦੇ ਨੇ, ਕਈ ਅਰਥ ਇੱਥੇ ਲਗਾਏ ਜਾਂਦੇ ਨੇ। ਕਈ ਤੇ ਇਹ ਵੀ ਅਰਥ ਲਗਾਉਂਦੇ ਨੇ, ਦੁਨਿਆਵੀ ਤੌਰ ਤੇ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਉਹ ਮਨੁੱਖ ਦੇ ਕੋਲ ਨਾ ਹੋਵੇ, ਇਹ ਵੀ ਅਰਥ ਲਗਾਏ ਜਾਂਦੇ ਨੇ। ਪਰ ਬੜੇ ਲੋਕ ਇਹ ਵੀ ਅਦਾਸ ਲਾਉਂਦੇ ਨੇ, ਉਹ ਮਨੁੱਖ ਦੇ ਕੋਲ ਕਈ ਪ੍ਰਕਾਰ ਦੇ ਕੱਪੜੇ, ਖਾਣੇ ਪੀਣੇ ਸਾਰੇ ਹੀ ਪਦਾਰਥ ਆ ਗਏ। ਦੂਜੇ ਅਰਥ ਇਹ ਵੀ ਲਗਾਏ ਜਾਂਦੇ ਨੇ, ਕਈ ਤਰੀਕਿਆਂ ਦੇ ਕੱਪੜੇ ਰੂਪੀ ਵਿਚਾਰ ਉਸ ਦੇ ਕੋਲ ਆ ਗਏ। ਮਨ ਢੱਕਿਆ ਗਿਆ ਸੋਹਣਿਆਂ ਸੋਹਣਿਆਂ ਵਿਚਾਰਾਂ ਨਾਲ, ਜਾਂ ਦੁਨਿਆਵੀ ਤੌਰ ਤੇ ਸਾਰੇ ਪਦਾਰਥ ਉਹ ਮਨੁੱਖ ਕੋਲ ਆ ਜਾਂਦੇ ਨੇ। ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ। ਹੁਣ ਇਹ ਜਿਹੜੀ ਰਸਨਾ ਹੈ, ਇਹ ਬਾਰ-ਬਾਰ ਰੱਬ ਨੂੰ ਜਪਦੀ ਰਹਿੰਦੀ ਹੈ। ਸਾਹਿਬ ਨੇ ਨਾ ਬਾਣੀ ਵਿੱਚ ਨਾਮ ਜਪਣ ਦੇ ਲਾਭ ਲਿਖੇ ਨੇ। ਰਸਨਾ ਗੁਣ ਗੋਪਾਲ ਨਿਤ ਗਾਇਣ। ਮਹਾਰਾਜ ਚਲੋ ਗਾ ਵੀ ਲਏ, ਗੋਪਾਲ ਦੇ ਗੁਣ ਹੋਏਗਾ ਕੀ? ਕਹਿੰਦੇ ਨੇ, ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਭਲਾਇਆ। ਗੋਬਿੰਦ ਦੇ ਗੁਣ ਗਾਉਂਦਿਆਂ ਮਨ ਦੇ ਸਾਰੇ ਦੁੱਖ ਖਤਮ ਹੋ ਜਾਣਗੇ। ਤਨ ਦੇ ਵਿੱਚ ਜਿਹੜੇ ਰੋਗ ਨੇ, ਜਿਹੜੇ ਅਵਿਦਿਆ ਕਰਕੇ ਲੱਗੇ ਨੇ, ਉਹ ਵੀ ਖਤਮ ਹੋ ਜਾਣਗੇ। ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦੀ ਬੰਦਗੀ ਕਰੇਗਾ, ਦੁੱਖ ਖਤਮ ਹੁੰਦੇ ਜਾਣਗੇ। ਦੁੱਖ ਕਿਉਂ ਨੇ? ਅਗਿਆਨਤਾ ਕਰਕੇ। ਮੈਂ ਕਈ ਵਾਰੀ ਇਹ ਬੇਨਤੀ ਕੀਤੀ, ਕੱਲ ਵੀ ਕੀਤੀ ਸੀ। ਜਿਵੇਂ ਸੁਪਨਾ ਹੁੰਦਾ, ਅਸੀਂ ਸੁਪਨੇ ਵਿੱਚ ਹੁੰਦੇ ਆ। ਸੁਪਨੇ ਵਿੱਚ ਕੋਈ ਮਨੁੱਖ ਇੱਕ ਚਾਕੂ ਲੈ ਕੇ ਪਿੱਛੇ ਪਿੱਛੇ ਲੱਗਿਆ ਸਾਨੂੰ ਮਾਰਨ, ਸੁਪਨੇ ਵਿੱਚ, ਅਸਲੀ ਵਿੱਚ ਨਹੀਂ। ਅਸੀਂ ਵੇਖ ਰਹੇ ਹਾਂ, ਅੱਗੇ ਅੱਗੇ ਭੱਜ ਰਹੇ ਹਾਂ, ਬੜਾ ਦੁੱਖ ਹੈ। ਸੁਪਨੇ ਵਿੱਚ ਪਸੀਨਾ ਵੀ ਆ ਗਿਆ ਹੈ। ਸੁਪਨੇ ਵਿੱਚ ਜਦੋਂ ਜਾਗ ਖੁੱਲੀ, ਪਤਾ ਲੱਗਾ ਨਹੀਂ ਮੈਨੂੰ ਨਹੀਂ ਹੀ ਮਾਰ ਰਿਹਾ, ਮੈਂ ਕਿਹੜਾ ਮਰ ਜਾਣਾ, ਇਹ ਤਾਂ ਸੁਪਨਾ ਸੀ। ਹੁਣ ਜੇ ਮਨੁੱਖ ਨੂੰ ਸੁਪਨਾ ਵੇਖਦਿਆਂ ਇਹ ਪਤਾ ਹੋਏ, ਇਹ ਜੋ ਮੇਰੇ ਪਿੱਛੇ ਚਾਕੂ ਲੈ ਕੇ ਚੱਲ ਰਿਹਾ ਹੈ, ਇਹ ਤੇ ਸੁਪਨਾ ਹੈ, ਮੈਂ ਤੇ ਮਰਨਾ ਹੀ ਨਹੀਂ, ਜੇ ਪਤਾ ਹੋਏ। ਸੁਪਨਾ ਵੇਖਦਿਆਂ ਇਹ ਪਤਾ ਹੋਏ ਨਹੀਂ ਇਹ ਤੇ ਸੁਪਨਾ ਹੈ, ਕਿ ਮਨੁੱਖ ਦੁਖੀ ਹੋਏਗਾ? ਨਹੀਂ ਹੋਏਗਾ। ਉਹਨੂੰ ਪਤਾ ਲੱਗ ਗਿਆ ਇਹ ਤੇ ਸੁਪਨਾ ਹੈ। ਐਸੀ ਅਵਸਥਾ ਉਹਨਾਂ ਮਨੁੱਖਾਂ ਦੀ ਬਣ ਜਾਂਦੀ ਹੈ ਜਿਹੜੇ ਬਹੁਤ ਜ਼ਿਆਦਾ ਬੰਦਗੀ ਦੇ ਵਿੱਚ ਲੀਨ ਹੋ ਜਾਂਦੇ ਨੇ। ਉਹ ਆਪਣੇ ਸੁਪਨੇ ਵੀ ਯਾਦ ਰੱਖਦੇ ਨੇ। ਕਈ ਮਨੁੱਖ ਕਹਿੰਦੇ ਮੈਨੂੰ ਸੁਪਨਾ ਆਉਂਦਾ ਹੀ ਨਹੀਂ, ਐਸੀ ਗੱਲ ਨਹੀਂ ਹੈ। 20 ਮਿੰਟ ਬਾਅਦ ਸੁਪਨਾ ਬਦਲਦਾ ਹੈ ਰਾਤ ਨੂੰ। ਹਰੇਕ ਸਾਨੂੰ ਤੇ ਕੋਈ ਇੱਕ ਅੱਧਾ ਯਾਦ ਰਹਿੰਦਾ, ਜਿਹੜਾ 4 ਵਜੇ ਆ ਜਾਏ ਨਾ, ਉਹ ਯਾਦ ਰਹਿ ਜਾਂਦਾ। ਉੱਠਣ ਲੱਗਿਆ ਜਿਹੜਾ ਚੱਲ ਰਿਹਾ ਹੋਏ, ਉਹ ਤੇ ਯਾਦ ਰਹਿੰਦਾ, ਨਹੀਂ ਸੁਪਨੇ ਨਹੀਂ ਯਾਦ ਰਹਿੰਦੇ। ਪਰ ਸੁਪਨੇ ਸਾਰਿਆਂ ਨੂੰ ਹੀ ਆਉਂਦੇ ਨੇ ਤੇ ਬੜੇ ਆਉਂਦੇ ਨੇ। ਸੁਪਨੇ ਦੇ ਇੱਕ 20 ਮਿੰਟ ਦੀ ਨੀਂਦਰ ਐਸੀ ਹੁੰਦੀ ਹੈ ਜਦੋਂ ਸੁਪਨਾ ਨਹੀਂ ਆਉਂਦਾ, ਨਹੀਂ ਸਾਰੀ ਰਾਤ ਸੁਪਨਿਆਂ 'ਚ ਹੀ ਲੰਘਦੀ ਹੈ। ਹੁਣ ਜੇ ਪਤਾ ਹੋਏ ਸੁਪਨੇ ਵਿੱਚ ਸੁੱਤਿਆਂ ਇਹ ਤੇ ਸੁਪਨਾ ਚੱਲ ਰਿਹਾ ਹੈ, ਫਿਰ ਮਨੁੱਖ ਦੁਖੀ ਨਹੀਂ ਹੋਏਗਾ। ਇਵੇਂ ਜੇ ਜ਼ਿੰਦਗੀ ਦਾ ਪਤਾ ਲੱਗ ਜਾਏ ਇਹ ਜ਼ਿੰਦਗੀ ਤੇ ਸੁਪਨਾ ਹੈ, ਪਤਾ ਲੱਗ ਜਾਏ, ਗਿਆਨ ਹੋ ਜਾਏ ਨਾ, ਫਿਰ ਮਨੁੱਖ ਦੁਖੀ ਨਹੀਂ ਹੋਏਗਾ। ਪਤਾ ਲੱਗ ਜਾਏ ਸੁਪਨੇ ਜਿਉਂ ਸੰਸਾਰ, ਬਾਣੀ ਕਹਿੰਦੀ ਆ ਇਹ ਸੰਸਾਰ ਸੁਪਨੇ ਵਰਗਾ ਹੈ। ਜਿਵੇਂ ਸੁਪਨੇ ਵਿੱਚ ਕੋਈ ਚਾਕੂ ਮਾਰ ਰਿਹਾ, ਸੱਚਾ ਨਹੀਂ ਹੈ, ਝੂਠ ਹੈ। ਜਦੋਂ ਨਿੰਦਰ ਖੁੱਲੇਗੀ ਪਤਾ ਲੱਗੇਗਾ ਇਹ ਤੇ ਝੂਠ ਸੀ। ਇਵੇਂ ਹਜੇ ਮਨੁੱਖ ਨੂੰ ਮੋਹ ਦੀ, ਲੋਭ ਦੀ, ਹੰਕਾਰ ਤੇ ਕਾਮ ਦੀ ਨਿੰਦਰ ਚੜੀ ਹੋਈ ਹੈ। ਜਿੱਦਣ ਇਹ ਨਿੰਦਰ ਖੁੱਲੇਗੀ ਨਾ, ਪਤਾ ਲੱਗੇਗਾ ਤੇ ਸੁਪਨਾ ਸੀ। ਮੈਂ ਐਵੇਂ ਹੀ ਪਰੇਸ਼ਾਨ ਹੁੰਦਾ ਰਿਹਾ, ਐਵੇਂ ਹੀ ਦੁਖੀ ਹੁੰਦਾ ਰਿਹਾ, ਇਹ ਤੇ ਸੁਪਨੇ ਵਿੱਚ ਹੀ ਸਾਰੀ ਜ਼ਿੰਦਗੀ ਕੱਢ ਦਿੱਤੀ। ਇਹ ਵੀ ਇੱਕ ਸੁਪਨਾ ਹੈ, ਇਹ ਜਾਗਦੀਆਂ ਅੱਖਾਂ ਨਾਲ ਵੇਖ ਰਿਹਾ ਹੈ। ਅੱਖਾਂ ਖੁੱਲੀਆਂ ਨੇ,
पर चल सुपना रहा है। मार्ग ने बहु भोजन कापर संगीत, रसना जपती हर हर नीत। हुण रसना 24 घंटे रब का नां लैंदी है। अंत दे विच महाराज कहंदे ने भली सो करनी शोभा धनवंत, हिरदे बसे पूरन गुणवंत। वो जिहड़ा मनुख है उसकी करनी निर्मल हो जाएगी, शोभावंत हो जाएगा, मन ते बुद्ध एक हो जाएंगे, दिल ते मन एक गल करनगे, निर्मल हो जाएगा अंतःकरण, हिरदय बसे पूरन गुरमंत। एक होर गल वेखना, जदों भी बाणी विच रब दी बाणी दे वसण दी गल आएगी ना, ते गल आएगी हिरदे विच, मन विच नहीं। जिथे जपजी साहब च मन शब्द है ना, ਉਹਦਾ मतलब ही हिरदा ही है। बार बार यही गल आएगी, हिरदे विच रब का नाम वस गया। हिरदे का मतलब हुंदा है अनुभव। दिल विच जो चीज़ साडे वसी हुई है वो अनुभव है साडा। असीं कहते हैं मैं उन्होंने दिली प्रेम करता हाँ, क्यों दिलों करता हाँ। हुण बड़ी वारी जिवें साडी दुकान ते कोई मनुख आ जाता है, हुण दिल ते मन में तुहानूं अर्थ पता लग जाएगा की डिफरेंस है। दुकान ते एक मनुख आ गया, उन्होंने कहने चाह पी के जाओ, कोई रिश्तेदारी नहीं है। हुण ये जुबान नाल कहा, बस दिल नहीं कहता पी के जाई, बस हमें पूछ लिया है, शिष्टाचार है, पूछ लिया चला गया। एक अपना दूजा रिश्तेदार आ गया, आ भी दुकान ते गया, उन्होंने बिठा लिया, चाह पी के ही जानी है। हुण जुबान ने भी क्या तो दिलों भी क्या, दोवें हो गए ना इकट्ठे। पहली वारी क्या दिल ने नहीं किया, सिर्फ मन दे विचों एक दुनियावी तौर पर शिष्टाचार सी बोल दिता। दूजी वारी दिल ने भी नाल किया, दिलों किया। असीं बड़ी वार कहने उन्हें मैनू बुलाया तो है, दिलों नहीं बुलाया, उत्तों उत्तों बुलाउंदा। उत्तों उत्तों का मतलब उन्हें दिलों नहीं मैनू किया। बाणी कहती है तू रब दे घर भी आना, उत्तों उत्तों आना, दिलों नहीं आउंदा। जदों तई दिल विच रब दा नां नहीं वसदा, उदों तई कोई भला नहीं, कोई प्रेम नहीं, दिल ही नहीं लग्या जे। जिथे दिल लगता है उत्थे ही ज़्यादा देर बहिंदा है, ये भी गल याद रखना। आपां कहने मेरा इत्थे दिल नहीं लगता पिया, किसी के घर चले जाइए ना, इत्थे दिल नहीं लगता, किसी के घर बड़ा दिल लगता है। क्यों? जिथे अपने वर्गी सोच, जिथे मन की सोच के मुताबिक काम हो रहा होए, उत्थे दिल लगता है। जिमें संगत है कदे कीती नहीं, मन की सोच के मुताबिक नहीं, फिर दिल नहीं लगेगा। क्यों? पता नहीं ये की चल रहा है। बाणी विच बार बार शब्द आएगा दिल, थिर घर बैसो हर जन प्यारे, इथों भी दिल। दिल का मतलब होंदा है अनुभव। दिल का मतलब कोई पार्ट नहीं बॉडी का, अनुभव है। अगे अंत दे विच महाराज कहते साध संग प्रभ देहो निवास, सर्व सुख नानक परगास। हे वाहेगुरु जी, तुहाडे अगे यही बेनती है, मैनू सत संगत दे विच निवास बख्शो, मेरे मन दे विच सच्चे गुणा का निवास बख्शो। यही बेनती है बार बार। सर्व सुख नानक प्रगास, जिस दिन तुहाडे गुणा का प्रगास अंदर हो गया, सत संतोख दया धर्म दिलों आ गए, सारा प्रगास हो जाएगा, आनंद ही आनंद मिल जाता है। इन्नियां बेनतियां प्रवान होई भुल चुक दे लई खिमा करनी जी। कल नूं जिहड़ा अगला श्लोक है, सरगुण निर्गुण निरंकार सुन समाधि आप। रब दे दो रूप ने, सरगुण भी है निर्गुण भी है। ये जिहड़ी अगली पौड़ी है अष्टपदी, ये दुनिया का सार है, व्याख्या है दुनिया की। दुनिया की है असल करके सियाणे लोग कहते हैं, जिन्हें ब्रह्म ज्ञान लैना होए ना, सुखमणी साहब की 21वीं अष्टपदी नूं समझ ले। जिन्हों 21वीं अष्टपदी समझ आउण लग गई, समझो उन्होंने दुनिया की समझ लग गई, दुनिया की है। 21वीं अष्टपदी कल नूं असीं उत्ते विचार करांगे। सतगुरु जी कृपा करन, गहराई दीयां गल्लां ने, डूंघियां गल्लां ने, उत्ते विचार करांगे। इन्नियां बेनतियां परवान होई भुल चुक दे लई खिमा करनी जी। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ।